ਬਰਾੜ ਸਾਹਿਬ ਗੱਲ ਇਹ ਆ ਕਿ ਦੇਖੋ ਇਹ ਜਿਹੜੀ ਧਰਨਿਆਂ ਪ੍ਰਦਰਸ਼ਨਾਂ ਦੇ ਵਿੱਚੋਂ ਬਣੀ ਹੋਈ ਪਾਰਟੀ ਆਮ ਆਦਮੀ ਪਾਰਟੀ ਅੱਜ ਇਹ ਇਹੋ ਜੀਆਂ ਧਮਕੀਆਂ ਹਿਟਲਰ ਸ਼ਾਹੀ ਇਸ ਤਰੀਕੇ ਦੇ ਨਾਲ ਪੇਸ਼ ਆਉਣਾ ਕਿ ਦੇਖੋ ਜੀ ਤੁਹਾਡੀਆਂ ਕਲਮਾਂ ਜਿਹੜੀਆਂ ਉਹ ਅੱਗੇ ਹੋਰ ਫੜਾ ਦੇਾਂਗੇ ਭਾਈ। ਜਿਨ੍ਹਾਂ ਤੁਹਾਨੂੰ ਕਲਮਾਂ ਫੜਾਈਆਂ ਨੇ ਉਹ ਪੰਜਾਬ ਦੇ ਲੋਕ ਨੇ, ਉਹਨਾਂ ਦੇ ਧੀਆਂ ਪੁੱਤ ਨੇ ਮੁਲਾਜ਼ਮ ਜਿਹੜੇ ਕੋਈ ਕਾਨੂੰਗੋ ਬਣਿਆ, ਕੋਈ ਪਟਵਾਰੀ ਬਣਿਆ, ਕੋਈ ਕਿਸੇ ਰੁਤਬੇ ਤੇ, ਕੋਈ ਕਿਸੇ ਰੁਤਬੇ ਤੇ। ਦੇਖੋ ਜਿਹੜੀ ਤਕਲੀਫ ਹੁੰਦੀ ਹੈ ਜਦੋਂ ਵੀ ਕਿਸੇ ਮੁਲਾਜ਼ਮ ਨੂੰ ਹੁੰਦੀ ਹੈ, ਕਿਸੇ ਅਫੀਸਰ ਨੂੰ ਹੁੰਦੀ ਹੈ, ਤਾਂ ਉਹਨੇ ਸਰਕਾਰ ਦੇ ਸਾਹਮਣੇ ਰੱਖਣੀ ਹੁੰਦੀ ਹੈ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਿਹੜੇ ਭ੍ਰਿਸ਼ਟਾਚਾਰ ਦੀ ਗੱਲ ਅਬਾਬ ਸਿੰਘ ਗਰੇਵਾਲ ਕਹਿੰਦੇ ਨੇ, ਇਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਦੋ ਤਾਂ ਮੰਤਰੀ ਆਪਣੇ, ਇੱਕ ਮੰਤਰੀ ਨੂੰ ਤਾਂ ਤੁਸੀਂ ਜੇਲ੍ਹ 'ਚ ਦਿੱਤਾ ਔਰ ਫਿਰ ਉਹਨੂੰ ਆਪਣੀ ਪਾਰਟੀ ਦੇ ਵਿੱਚ ਅਜੇ ਤੱਕ ਬਿਠਾਇਆ ਹੋਇਆ, ਦੂਸਰੇ ਮੰਤਰੀ ਕੋਲੋਂ ਤੁਸੀਂ ਅਸਤੀਫਾ ਲਿਆ ਸਰਾਰੀ ਸਾਹਿਬ ਕੋਲੋਂ, ਤੇ ਤੀਸਰਾ ਐਮਐਲਏ ਤੁਹਾਡਾ ਪਤਾ ਨਹੀਂ ਜੇਲ੍ਹ ਦੇ ਵਿੱਚ ਜਾਂ ਉਹਦੀ ਬੇਲ ਹੋ ਗਈ ਹੈ। ਤੇ ਤੁਸੀਂ ਕਿਹੜੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੀ ਗੱਲ ਕਰਦੇ ਹੋ? ਜਦੋਂ ਜੇ ਤੁਸੀਂ ਕਹਿੰਦੇ ਜੀ ਉੱਪਰੋਂ ਸ਼ੁਰੂ ਕਰਨਾ ਤੇ ਉੱਪਰੋਂ ਦਾ ਭ੍ਰਿਸ਼ਟਾਚਾਰ ਤੁਸੀਂ ਆਪ ਸ਼ੁਰੂ ਕਰ ਦਿੱਤਾ ਤੇ ਥੱਲੇ ਤੱਕ ਭ੍ਰਿਸ਼ਟਾਚਾਰ। ਹੁਣ ਤੁਹਾਡੇ ਐਮਐਲਏ ਸਾਹਿਬਾਨ ਜਾ ਕੇ ਜਿਹੜੇ ਆ ਮਾਲ ਅਫਸਰਾਂ ਦੀਆਂ ਕੁਰਸੀਆਂ ਦੇ ਉੱਤੇ ਬੈਠਣਗੇ ਤਾਂ ਕੀ ਮੈਸੇਜ ਆਏਗਾ? ਆਪਣੀ ਕੁਰਸੀ ਤੁਹਾਡੇ ਕੋਲ ਸੰਭਾਲੀ ਨਹੀਂ ਜਾਂਦੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਹੈ, ਇੱਕ ਨਾ ਉਹਦੇ ਤੇ ਇੱਕ ਇਹੋ ਜਿਹਾ ਮਾਹੌਲ ਬਣਾ ਦਿੰਦੇ ਆ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਚਲਾ ਜਾਵੇ। ਹੁਣ ਤੁਸੀਂ ਦੇਖੋ ਇਹ 4 ਦਿਨ ਇਹੋ ਰੌਲਾ ਚੱਲਦਾ ਰਹੇਗਾ, ਅਖੀਰ ਇਹਨਾਂ ਨੇ ਮੁਲਾਜ਼ਮਾਂ ਨਾਲ ਬੈਠਣਾ, ਹੜਤਾਲ ਵੀ ਵਾਪਸ ਹੋਣੀ ਹੈ, ਸਭ ਕੁਝ ਹੋਣਾ। ਲੇਕਿਨ ਇੱਕ ਜਿਹੜਾ ਅਸਲ ਮੁੱਦੇ ਕੀ ਹੈ? ਪੰਜਾਬ ਦੇ ਵਿੱਚ ਹੜ੍ਹ ਆਏ ਨੇ, ਥਾਂ ਦੇ ਉੱਤੋਂ ਬੰਨ ਟੁੱਟ ਰਹੇ ਨੇ, ਲੋਕ ਆਪਣੀ ਕਿਸਮਤ ਦਾ ਫੈਸਲਾ ਆਪ ਲੈ ਰਹੇ ਨੇ, ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਕੇਂਦਰ ਦੇ ਨਾਲ ਟਕਰਾਅ ਹੈ, ਗਵਰਨਰ ਸਾਹਿਬ ਇਹਨਾਂ ਨੂੰ ਧਮਕੀਆਂ ਦੇ ਰਹੇ ਆ, ਇਹ ਉਹਨਾਂ ਨੂੰ ਧਮਕੀਆਂ ਦੇ ਰਹੇ ਆ। ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕਿ ਲੋਕ ਕੋਈ ਸੁਸਾਈਡ ਕਰ ਰਿਹਾ ਹੈ, ਕੋਈ ਥਾਣਿਆਂ ਦੇ ਵਿੱਚ ਕੁੱਟਮਾਰ ਹੋਈ ਜਾ ਰਹੀ ਹੈ, ਕੋਈ ਥਾਣੇ ਦੇ ਵਿੱਚ ਜਾ ਕੇ ਲੋਕ ਹੀ ਥਾਣੇ ਦੇ ਲੋਕਾਂ ਨੂੰ ਕੁੱਟੀ ਜਾ ਰਹੇ ਆ। ਕਿਹੋ ਜਿਹੇ ਮਾਹੌਲ ਦੇ ਵਿੱਚੋਂ ਅੱਜ ਗੁਜ਼ਰ ਰਿਹਾ ਪੰਜਾਬ, ਤੇ ਇਹ ਕਹਿੰਦੇ ਕਿ ਲਾ ਐਂਡ ਆਰਡਰ ਬਹੁਤ ਵਧੀਆ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਦੇਖੋ ਸੂਬੇ ਦੀ ਕਿਹੋ ਜਿਹੀ ਤਰੱਕੀ ਹੋਵੇਗੀ? ਕੀ ਇੱਥੇ ਇੰਡਸਟਰੀ ਲੱਗੇਗੀ? ਜਿਹੜੀ ਇੰਡਸਟਰੀ ਲੱਗੀ ਹੋਈ ਹੈ ਕੀ ਉਹ ਭੱਜੇਗੀ ਨਹੀਂ? ਇਸ ਦੇ ਮਸਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਕਿ ਕਿਵੇਂ ਬਾਦਲ ਸਾਹਿਬ ਬੜੇ ਪਿਆਰ ਦੇ ਨਾਲ ਮੁਲਾਜ਼ਮਾਂ ਦੇ ਨਾਲ ਪੇਸ਼ ਆਉਂਦੇ ਸੀ ਤੇ ਅੱਜ ਵੀ ਉਹਨਾਂ ਨੂੰ ਮੁਲਾਜ਼ਮ ਯਾਦ ਕਰਦੇ ਆ। ਲੇਕਿਨ ਇਹ ਇਸ ਤਰ੍ਹਾਂ ਦੀ ਧੱਕੇਸ਼ਾਹੀ, ਅਸੀਂ ਜੀ ਤੁਹਾਡੇ ਕੋਲ ਕਲਮਾ ਖੋਹ ਲਾਂਗੇ, ਤੁਹਾਡੀ ਜਗ੍ਹਾ ਹੋਰ ਭਰਤੀ ਕਰ ਲਾਂਗੇ। ਤੇ ਮੈਂ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਾਂਗਾ ਕਿ ਦੇਖੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਭੁਲੇਖੇ ਦੇ ਨਾਲ ਜਿਹੜੀ ਗਲਤੀ ਕੀਤੀ ਹੈ ਉਹਦੇ ਵਿੱਚ ਆਪਣਾ ਸੁਧਾਰ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਸਿਰਜਣ ਦੀ ਲੋੜ ਹੈ। ਲੋਕਾਂ ਦੇ ਨਾਲ ਇੱਕ ਪਬਲਿਕ ਡੀਲਿੰਗ ਜਿਹੜੀ ਉਹ ਵਧੀਆ ਹੋਣੀ ਚਾਹੀਦੀ। ਕਈ ਥਾਵਾਂ ਤੇ ਵੀਡੀਓ ਫੁਟੇਜ ਵੀ ਆ ਰਹੇ ਨੇ ਸਾਹਮਣੇ ਕਿ ਕੋਈ ਇੱਕ ਆ ਮੈਂ ਵੇਖ ਰਿਹਾ ਸੀ ਇੱਥੇ ਸ਼ਾਇਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਏਰੀਏ ਦੀ ਹੈ ਕਿ ਇੱਕ ਕੋਈ ਤਹਿਸੀਲਦਾਰ ਬੀਬੀ ਹੈ, ਉਹਦੇ ਕੋਲ ਕੋਈ ਆਧਾਰ ਕਾਰਡ ਬਣਾਉਣ ਜਾ ਰਿਹਾ ਤੇ ਉਹ ਕਹਿੰਦੇ ਜੀ ਪਹਿਲਾਂ ਉਹਨਾਂ ਨਾਲ ਬਾਹਰ ਗੱਲ ਕਰੋ। ਉਹ ਵੀਡੀਓ ਫੁਟੇਜ ਦੇ ਵਿੱਚ ਆਣ ਕੇ ਆਪਣਾ ਜਿਹੜਾ ਵਿਅਕਤੀ ਹੈ ਉਹ ਕਹਿੰਦਾ ਜੀ ਇਹ ਤਾਂ 150-200 ਰੁਪਏ ਦਾ ਕੰਮ ਹੈ, ਤੁਸੀਂ 500 ਕਾਹਦਾ ਮੰਗ ਰਹੇ ਹੋ? ਸੋ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਰੋਜ਼ ਹੀ ਆਪਾਂ ਆ ਰਹੀਆਂ ਨੇ ਟੀਵੀ ਚੈਨਲਾਂ ਤੇ। ਤੁਸੀਂ ਚੰਗਾ ਹੈ ਕਿ ਤੁਸੀਂ ਅੱਜ ਇਸ ਪਾਸੇ ਵੱਲ ਧਿਆਨ ਦਿੱਤਾ, ਪਰ ਇਹ ਜਿਹੜੀ ਹੜਤਾਲ ਹੈ ਇਸ ਹੜਤਾਲ ਤੋਂ ਪਹਿਲਾਂ ਟੇਬਲ ਟਾਕ ਕੀਤੀ ਜਾਂਦੀ ਔਰ ਇਹਨਾਂ ਮੁਲਾਜ਼ਮਾਂ ਨੂੰ ਸੰਤੁਸ਼ਟ ਕੀਤਾ ਜਾਂਦਾ। ਉਹਨਾਂ ਦਾ ਹੱਕ ਹੈ ਤੇ ਉਹਨਾਂ ਦਾ ਹੱਕ ਖੋਇਆ ਨਹੀਂ ਜਾਣਾ ਚਾਹੀਦਾ। ਮੈਂ ਕਮਰ ਹਰਪ੍ਰੀਤ ਜੀ ਵੀ ਬੈਠੇ ਨੇ। ਕਮਰ ਹਰਪ੍ਰੀਤ ਜੀ ਤੁਹਾਡੇ ਤੋਂ ਵੀ ਕਮੈਂਟ ਚਾਹੂੰਗਾ, ਫਿਰ ਮੈਂ ਅਬਾਬ ਗਰੇਵਾਲ ਜੀ ਕੋਲੋਂ ਕਈ ਸਾਰੇ ਸਵਾਲ ਇਕੱਠੇ ਹੋ ਗਿਆ। ਵੇਖੋ ਬਰਾੜ ਸਾਹਿਬ, ਗੱਲ ਇਹ ਹੈ ਵੀ ਹੜਤਾਲ ਜੇਕਰ ਕਿਸੇ ਵੀ ਮੁਲਾਜ਼ਮ ਵਰਗ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦਾ ਨੁਕਸਾਨ ਜਿਹੜਾ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ, ਇਹ ਤਾਂ ਆਪਾਂ ਜਾਣਦੇ ਹਾਂ। ਬਿਲਕੁਲ ਠੀਕ ਹੈ। ਲੇਕਿਨ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ, ਕਈ ਵਾਰੀ ਮਜਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ ਕਿ ਕਰਮਚਾਰੀਆਂ ਨੂੰ ਹੜਤਾਲ ਕੀਤੇ ਬਿਨਾਂ ਵੀ ਉਹਨਾਂ ਦਾ ਸਰਦਾ ਨਹੀਂ, ਜਾਂ ਕਹਿ ਲਓ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ। ਹੁਣ ਜਿਹੜਾ ਤੁਸੀਂ ਗੱਲ ਕੀਤੀ ਕਿ ਐਸਮਾ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ, ਮੈਂ ਸਮਝਦਾ ਇਹ ਇੱਕ ਬਹਾਨੇ ਨਾਲ, ਆਨੇ ਬਹਾਨੇ ਲੋਕਤੰਤਰ ਦਾ ਗਲਾ ਘੁੱਟਣ ਦੀ ਸਾਜ਼ਿਸ਼ ਹੈ। ਕਿਉਂਕਿ ਜਿਹੜੇ ਕੋਈ ਕਰਮਚਾਰੀ, ਜਿਹੜੇ ਵੀ ਕੋਈ ਵਿਭਾਗ ਦੀ ਗੱਲ ਕਰੀਏ ਕਿ ਉਹਨਾਂ ਦੇ ਅੰਦਰ ਜੋ ਕਮੀਆਂ ਨੇ ਜਾਂ ਉਹਨਾਂ ਦੇ ਪੈਸੇ ਲੈਂਦੇ, ਜਿਵੇਂ ਤੁਸੀਂ ਦੱਸਿਆ ਵੀ ਫੜੇ ਜਾਂਦੇ ਨੇ ਤੇ ਉਹ ਹੜਤਾਲ ਤੇ ਬੈਠ ਜਾਂਦੇ ਨੇ, ਉਸ ਦੇ ਬਹਾਨੇ ਸਾਰੇ ਮੁਲਾਜ਼ਮ ਵਰਗ ਨੂੰ, ਮੈਂ ਇਹ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਕਿ ਸਾਰੇ ਮੁਲਾਜ਼ਮ ਵਰਗ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਵਾਂਝਾ ਕਰਨ ਦਾ ਯਤਨ ਇਹ ਸਰਕਾਰ ਕਰ ਰਹੀ ਹੈ। ਇਹ ਲੋਕਤੰਤਰ ਦਾ ਗਲਾ ਘੁੱਟਣ ਦਾ ਯਤਨ ਹੈ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਕਿ ਦੇਖੋ ਇਮਾਨਦਾਰੀ ਦੇ ਜਿਹੜੇ ਮਾਪਦੰਡ ਹੁੰਦੇ ਨੇ ਨਾ,
ਜਿਹੜੇ ਪੈਰਾਮੀਟਰ ਹੁੰਦੇ ਨੇ ਉਹ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਨੇ। ਹੁਣ ਰੋਜ਼ ਤਾਂ ਇਹਨਾਂ ਦੇ ਐਮਐਲਏ ਪੈਸੇ ਲੈਂਦੇ ਫੜੇ ਜਾਂਦੇ ਨੇ, ਇਹਨਾਂ ਦੇ ਮੰਤਰੀ ਪੈਸੇ ਲੈਂਦੇ ਫੜੇ ਜਾਂਦੇ ਨੇ, ਕਦੇ ਇਹਨਾਂ ਦੇ ਮੰਤਰੀ ਜਿਹੜੇ ਜ਼ਮੀਨ ਘੁਟਾਲੇ 'ਚ ਫੜੇ ਜਾਂਦੇ ਨੇ, ਕਦੇ ਉਹ ਪੈਸੇ ਮੰਗਦੇ ਉਹਨਾਂ ਦੀਆਂ ਆਡੀਓ ਲੀਕ ਹੋ ਜਾਂਦੀਆਂ, ਉਹਨਾਂ ਲਈ ਮਾਪਦੰਡ ਕੋਈ ਹੋਰ ਹੈ। ਤੇ ਜਿਹੜੇ ਮੁਲਾਜ਼ਮ ਨੇ, ਕਿਉਂਕਿ ਇਹ ਵਿਚਾਰੇ ਇਹ ਬੜੇ ਹੇਠਲੇ ਦਰਜੇ ਦੇ ਮੁਲਾਜ਼ਮ ਨੇ, ਕਿਉਂਕਿ ਇਹ ਸਿਆਸੀ ਨਹੀਂ ਨੇ, ਕਿਉਂਕਿ ਇਹਨਾਂ ਦੀ ਜਿਹੜੀ ਇਹ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇੰਟਰਫੇਰੈਂਸ ਨਹੀਂ ਹੈ, ਕਿਉਂਕਿ ਇਹ ਮੁਲਾਜ਼ਮ ਨੇ, ਕਿਉਂਕਿ ਇਹਨਾਂ ਨੂੰ ਮੁਲਾਜ਼ਮ ਹੀ ਕਿਹਾ ਜਾਂਦਾ ਹੈ, ਇਹ ਕੋਈ ਸਿਆਸੀ ਨਹੀਂ ਨੇ, ਇਹ ਕੋਈ ਐਮਐਲਏ ਮੰਤਰੀ ਨਹੀਂ ਨੇ। ਇਸ ਕਰਕੇ ਇਹਨਾਂ ਦਾ ਦਮਨ ਕੀਤਾ ਜਾ ਰਿਹਾ ਹੈ। ਕਿਉਂ ਮਾਨ ਸਾਹਿਬ ਆਪਣੇ ਜਿਹੜੇ ਵਜ਼ਾਰਤ ਵਿੱਚ ਬੈਠੇ ਲੋਕ ਨੇ ਉਹਨਾਂ ਕੋਲੋਂ ਉਹੀ ਸਵਾਲ, ਉਹਨਾਂ ਦੇ ਬਾਰੇ ਉਹੀ ਬਿਆਨਬਾਜ਼ੀਆਂ। ਨਹੀਂ, ਸੀਐਮ ਸਾਹਿਬ ਨੇ ਜਿਹੜੀ ਅੱਜ ਗੱਲ ਕਹੀ ਹੈ, ਹਰਪ੍ਰੀਤ ਜੀ ਇੱਕ ਸੈਕਿੰਡ, ਸੀਐਮ ਸਾਹਿਬ ਨੇ ਅੱਜ ਜਿਹੜੀ ਗੱਲ ਕਹੀ ਹੈ ਕਿ ਮੋਟੀਆਂ ਤਨਖਾਹਾਂ ਲੈਂਦੇ ਨੇ ਮੁਲਾਜ਼ਮ ਔਰ ਹੜਤਾਲ ਕਿਸੇ ਤਰੀਕੇ ਨਾਲ ਵਾਜਿਬ ਨਹੀਂ ਹੈ ਜਿੱਥੇ ਆਮ ਲੋਕ ਖੱਜਲ ਖੁਆਰ ਹੁੰਦੇ ਨੇ। ਜੇ ਮੁਲਾਜ਼ਮ ਜਥੇਬੰਦੀਆਂ ਦਾ ਇੱਕ ਵੱਡਾ ਤਬਕਾ ਹੈ ਤਾਂ ਲੋਕ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਨੇ। ਪੰਜਾਬ ਦੀ 3 ਕਰੋੜ ਆਬਾਦੀ ਹੈ, ਉਸ ਚੋਂ ਮੁਲਾਜ਼ਮ ਜੇ ਹੈਗੇ ਨੇ ਤਾਂ ਲੋਕਾਂ ਦਾ ਵੀ ਇੱਕ ਵੱਡਾ ਤਬਕਾ ਹੈ ਜਿਹਨੂੰ ਉਸ ਹੜਤਾਲ ਨਾਲ ਖੱਜਲ ਖੁਆਰੀ ਹੁੰਦੀ ਹੈ। ਉਹ ਤਾਂ ਮੈਂ ਕਹਿ ਹੀ ਰਿਹਾ, ਹਾਂ ਉਹ ਤਾਂ ਮੈਂ ਕਹਿ ਹੀ ਰਿਹਾ ਬਰਾੜ ਸਾਹਿਬ, ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਬਿਨਾਂ ਸ਼ੱਕ ਹੁੰਦੀ ਹੈ, ਲੇਕਿਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਦਾ ਦਮਨ ਵੀ ਨਹੀਂ ਨਾ ਕੀਤਾ ਜਾ ਸਕਦਾ। ਤੇ ਜਿੱਥੇ ਤੱਕ ਤੁਸੀਂ ਤਨਖਾਹ ਦੀ ਗੱਲ ਕੀਤੀ ਹੈ, ਤਨਖਾਹ ਇਹਨਾਂ ਦੇ ਮੰਤਰੀਆਂ ਨੂੰ ਨਹੀਂ ਮਿਲਦੀ, ਤਨਖਾਹ ਇਹਨਾਂ ਦੇ ਵਿਧਾਇਕਾਂ ਨੂੰ ਨਹੀਂ ਮਿਲਦੀ ਜਿਹੜੇ ਲੋਕਾਂ ਦੀਆਂ ਕੋਠੀਆਂ ਦਬਦੇ ਫਿਰਦੇ ਆ। ਤਨਖਾਹਾਂ ਕਿਹਨਾਂ ਨੂੰ ਨਹੀਂ ਮਿਲਦੀਆਂ? ਜਿਹੜੇ ਬੜੇ ਸਰਕਟ ਹਾਊਸਾਂ ਦੇ ਵਿੱਚ ਪੈਸੇ ਲੈਂਦੇ ਫੜੇ ਜਾਂਦੇ ਆ, ਤਨਖਾਹ ਤਾਂ ਉਹ ਵੀ ਲੈਂਦੇ ਆ। ਫਿਰ ਉਹ ਕਿਉਂ, ਉਹਨਾਂ ਨੂੰ ਕਿਉਂ ਸਪੇਅਰ ਕੀਤਾ ਜਾਂਦਾ? ਉਹਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਕੱਢਣ ਦੇ ਕੰਮ ਕਿਉਂ ਕੀਤੇ ਜਾਂਦੇ ਆ? ਫਿਰ ਪਬਲਿਕ ਪ੍ਰੈਸ਼ਰ ਦੇ ਅਧੀਨ ਕਾਰਵਾਈ। ਤੇ ਜੇ ਆਪਾਂ ਪਬਲਿਕ ਪ੍ਰੈਸ਼ਰ ਦੀ ਵੀ ਗੱਲ ਕਰ ਰਹੀਏ ਤਾਂ ਇੰਨੇ ਇੱਕ ਬੇਸ਼ਰਮ ਹੋ ਚੁੱਕੀ ਹੈ ਇਹ ਸਰਕਾਰ ਕਿ ਇਹ ਜਿਹੜਾ ਧਾਲੀਵਾਲ ਤੇ ਜਿਹੜਾ ਉਹ ਕਟਾਰੂ ਚੱਕ, ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ 92 ਏਕੜ ਜ਼ਮੀਨ ਉਹਨਾਂ ਨੇ ਦੱਬੀ ਹੈ, ਜਿਹੜੀ ਬੀਡੀਪੀਓ ਦੇ ਰਾਹੀਂ ਉਹਨਾਂ ਨੇ ਉਹ ਜ਼ਮੀਨ ਗੈਰ ਕਾਨੂੰਨੀ ਤੌਰ ਤੇ ਅਸੰਵਿਧਾਨਿਕ ਤਰੀਕੇ ਨਾਲ ਅਲਾਟ ਕਰਾਈ ਹੈ, ਉਹਦੇ ਤੇ ਕਾਰਵਾਈ ਕਿਉਂ ਨਹੀਂ? ਮਸਲਾ ਹੈ। ਚਲੋ ਮੈਂ ਗਰੇਵਾਲ ਸਾਹਿਬ ਹੁਣ ਕਾਫੀ ਚੀਜ਼ਾਂ ਇਕੱਠੀਆਂ ਹੋ ਗਈਆਂ। ਪਹਿਲਾਂ ਤਾਂ ਜਿਹੜੀ ਗੱਲ ਮੁਲਾਜ਼ਮ ਯੂਨੀਅਨ ਦੇ ਆਗੂ, ਠੀਕ ਹੈ ਹਰਪ੍ਰੀਤ ਜੀ ਇੱਕ ਸੈਕਿੰਡ, ਠੀਕ ਹੈ ਇੱਕ ਮਿੰਟ, ਇੱਕ ਡੀਐਸਪੀ ਪਿਛਲੇ ਸਮੇਂ 'ਚ ਫੜਿਆ ਗਿਆ ਸੀਗਾ, ਉਹਨੇ ਇਹ ਗੱਲ ਕਹੀ ਕਿ ਮੈਂ ਐਮਐਲਏ ਨੂੰ ਪੈਸੇ ਲੈ ਕੇ ਦਿੰਦਾ, ਜਿਹੜੇ ਲੋਕਾਂ ਕੋਲ ਪੈਸੇ ਲੈਣਾ ਮੈਂ ਉਹ ਆਪਣੇ ਐਮਐਲਏ ਨੂੰ ਦੇਣਾ। ਕੀ ਉਸ ਐਮਐਲਏ ਦੇ ਉੱਤੇ ਕਾਰਵਾਈ ਕੀਤੀ ਹੈ ਸਰਕਾਰ ਨੇ? ਕਿਉਂ ਨਾ ਉਹ ਤਾਂ ਪੁੱਛਗਿੱਛ ਕੀਤੀ ਭਾਈ ਵੀ ਤੂੰ ਡੀਐਸਪੀ ਨੂੰ ਰਿਸ਼ਵਤ। ਗਰੇਵਾਲ ਸਾਹਿਬ ਆਪਾਂ ਜਵਾਬ ਲੈ ਲਈਏ ਇੱਕ ਸੈਕਿੰਡ, ਆਪਣੇ ਕੋਲ ਬੁਲਾਰੇ ਜ਼ਿਆਦਾ ਨੇ, ਸਮਾਂ ਘੱਟ ਹੈ, ਇਸ ਕਰਕੇ ਉਹਨਾਂ ਦਾ ਪੱਖ ਲੈਣਾ ਬੜਾ ਜ਼ਰੂਰੀ ਹੈ। ਗਰੇਵਾਲ ਸਾਹਿਬ, ਪਹਿਲਾ ਸਵਾਲ ਤਾਂ ਇਹ ਹੈ ਕਿ ਧਰਨਿਆਂ ਚੋਂ ਨਿਕਲੀ ਪਾਰਟੀ ਹੁਣ ਧਰਨੇ ਪ੍ਰਦਰਸ਼ਨ ਨੂੰ ਰੋਕਣਾ ਚਾਹ ਰਹੀ ਹੈ ਜਾਂ ਉਸ ਨੂੰ ਲੈ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ, ਸਖਤੀ ਕੀਤੀ ਜਾ ਰਹੀ ਹੈ? ਇਹ ਤੁਹਾਡੇ ਤੇ ਵੱਡੇ ਸਵਾਲ ਨੇ। ਦੂਜਾ ਤੁਹਾਡੇ ਤੇ ਹੈ ਕਿ ਤੁਹਾਡੀ ਆਪਦੀ ਪਾਰਟੀ ਦੇ ਆਗੂ ਜੇ ਕਦੇ ਕਰਪਸ਼ਨ ਦੇ ਵਿੱਚ ਇਨਵੋਲਵ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਪਾਰਟੀ ਦੇ ਮਾਪਦੰਡ ਵੱਖਰੇ ਨੇ, ਇਹ ਤੁਹਾਡੀਆਂ ਵਿਰੋਧੀ ਧਿਰਾਂ ਕਹਿ ਰਹੀਆਂ ਨੇ, ਹਨਾ। ਤੀਸਰੀ ਗੱਲ ਇਸ ਦੇ ਵਿੱਚ ਜਿਹੜੀ ਹੈਗੀ ਹੈ ਵੀ ਜੇ ਮੁਲਾਜ਼ਮ ਜਥੇਬੰਦੀਆਂ ਕਿ ਜਿਵੇਂ ਕਹਿ ਰਹੀਆਂ ਨੇ ਵੀ ਜੇ ਸਾਡੇ ਨਾਲ ਗੱਲ ਹੋ ਜੇ ਤਾਂ ਸਾਨੂੰ ਲੋੜ ਨਾ ਪਵੇ ਜਿਹੜਾ ਹੈ ਧਰਨੇ ਪ੍ਰਦਰਸ਼ਨਾਂ ਦੀ ਜਾਂ ਹੜਤਾਲਾਂ ਤੇ ਜਾਣ ਦੀ। ਬਰਾੜ ਸਾਹਿਬ, ਪਹਿਲਾਂ ਮੈਂ ਪਟਵਾਰੀ ਵੀਰਾਂ ਦਾ ਜਵਾਬ ਦਊਂਗਾ, ਸਿਆਸੀ ਗੱਲ ਤੇ ਮੈਂ ਬਾਅਦ ਜਾਊਂਗਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ, ਤੁਹਾਡੀਆਂ ਮੰਗਾਂ ਬਹੁਤ ਜਾਇਜ਼। ਤੁਹਾਨੂੰ ਕੱਲੇ ਨੂੰ 2 ਅਸਿਸਟੈਂਟ ਹਾਇਰ ਕਰਨੇ ਪੈਂਦੇ ਆ, ਤੁਹਾਡੇ ਤੇ ਵਰਕਲੋਡ ਹੈਗਾ, ਅਸੀਂ ਸਮਝਦੇ ਹਾਂ ਕਿ ਤੁਹਾਡੇ ਜਿੱਥੇ ਕਮੀਆਂ ਨੇ, ਸਾਨੂੰ ਪਤਾ ਹੈ ਇਸ ਸਿਸਟਮ 'ਚ ਕਮੀਆਂ ਨੇ ਵੀਰੋ, ਅਸੀਂ ਸਮਝਦੇ ਹਾਂ, ਅਸੀਂ ਤੁਹਾਡੇ ਖਿਲਾਫ ਨਹੀਂ, ਅਸੀਂ ਮੁਲਾਜ਼ਮਾਂ ਦੇ ਖਿਲਾਫ ਨਹੀਂ। ਪਹਿਲੀ ਗੱਲ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਸਟੈਂਡ ਲੈਣਾ ਕਿਸੇ ਦੇ ਫੜੇ ਜਾਣ ਤੇ, ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦਿੰਦਾ। ਮੇਰੇ ਕੋਲ ਇੱਕ ਆਏ ਸੱਜਣ, ਉਹਨਾਂ ਦੇ ਕੋਈ ਰਿਸ਼ਤੇਦਾਰ ਪਟਵਾਰੀ ਸੀ, ਉਹ ਫੜੇ ਗਏ, ਉਹ ਕਹਿੰਦੇ ਵੀ ਪੈਸੇ ਉਹਨਾਂ ਦੇ ਬਟੂਏ 'ਚ ਲੱਭੇ, ਉਹਨਾਂ ਦੇ ਹੱਥੋਂ ਥੋੜੀ ਲੱਭੇ ਆ। ਮੈਂ ਮਤਲਬ ਹੈਰਾਨ ਹੋ ਗਿਆ ਸੁਣ ਕੇ। ਐਂਡ ਮੈਂ ਬਰਾੜ ਸਾਹਿਬ, ਮੈਂ ਛੋਟਾ ਹੁੰਦਾ ਸੀ, 16 ਸਾਲ ਦੀ ਉਮਰ ਦਾ, ਆਪਣੇ ਜੱਟਾਂ ਦੀ ਜੂਨੀ ਇਹੀ ਰਹਿ ਜਾਂਦੀ ਹੈ, ਮੈਂ ਇੱਥੇ ਧੱਕੇ ਖਾਂਦਾ ਰਿਹਾ, ਮੈਨੂੰ ਪਤਾ ਹੈ ਸਿਸਟਮ ਕਿਵੇਂ ਚੱਲਦਾ। ਮੈਂ ਮੰਨਦਾ ਕਿ ਬਹੁਤ ਕਮੀਆਂ ਨੇ, ਪਰ ਗੱਲ ਕਰਨੀ ਹੈ ਤੁਹਾਡੇ ਲਈ ਦਰਵਾਜ਼ੇ ਹਮੇਸ਼ਾ ਮਾਨ ਸਾਹਿਬ ਦੇ ਖੁੱਲੇ ਨੇ, ਜਦੋਂ ਮਰਜ਼ੀ ਕਰੋ। ਤੁਹਾਡੇ ਕੋਲ ਕਮੀਆਂ, ਤੁਸੀਂ ਬਹੁਤ ਰਿਸਟ੍ਰਿਕਟਡ ਥਾਂ 'ਚ ਕੰਮ ਕਰਦੇ ਹੋ, ਬਹੁਤ ਤੰਗੀਆਂ 'ਚ ਕੰਮ ਕਰਦੇ ਹੋ, ਅਸੀਂ ਸਮਝਦੇ ਹਾਂ, ਪਰ ਤੁਸੀਂ ਸਰਕਾਰੀ ਮੁਲਾਜ਼ਮ ਹੋ, ਤੁਸੀਂ ਰੀੜ ਦੀ ਹੱਡੀ ਹੋ, ਪਲੀਜ਼ ਤੁਸੀਂ ਰੀਜ਼ਨੇਬਲ ਗੱਲ ਕਰੋ, ਆਓ ਗੱਲ ਕਰ ਲੈਣੇ, ਪਰ ਇਹੋ ਜਿਹੀ ਗੱਲ ਤੇ ਸਟੈਂਡ ਨਾ ਲਓ। ਹੁਣ ਮੈਂ ਸਿਆਸੀ ਜਵਾਬ ਤੇ ਆਉਣਾ। ਮੈਨੂੰ ਗੱਲਾਂ ਨਾ ਕਿਸ਼ਤਾਂ ਸੁਣਦੀਆਂ ਸੀ, ਇਸ ਕਰਕੇ ਮੈਂ ਕੀਵਰਡਸ ਫੜ ਲਏ ਜੀ। ਮੈਂ ਜਿਹੜੀ ਬੀਜੇਪੀ ਵਾਲੇ ਕਹਿ ਰਹੇ ਸੀਗੇ ਜੀ ਕਿ ਜ਼ਿੰਮੇਵਾਰੀ ਨਾ ਹੋਣਾ ਚਾਹੀਦਾ, ਸਰ ਜੀ ਇਹ ਸਿਸਟਮ ਤੁਹਾਡਾ ਚਲਾਇਆ ਹੋਇਆ, ਬਣਾਇਆ ਹੋਇਆ। ਜੇ ਟੇਬਲ ਟਾਕ ਕਰਨੀ ਸੀ ਤਾਂ 750 ਕਿਸਾਨ ਵਿਚਾਰਾ ਕਿਉਂ ਸ਼ਹੀਦ ਹੋਣ ਦੇਣਾ ਸੀ? ਟੇਬਲ ਟਾਕ ਹੀ ਕਰ ਲੈਂਦੇ। ਹੁਣ ਤਾਂ ਇਹ ਵੀ ਪਤਾ ਲੱਗ ਗਿਆ ਕਿ ਨੀਤੀ ਆਯੋਗ 'ਚ ਕਿਹੜੇ ਬੰਦੇ ਬੈਠ ਕੇ ਕਿਸਾਨ ਕਾਨੂੰਨ ਬਣਾ ਰਹੇ ਸੀ, ਕਿਹੜੇ ਬਿਜ਼ਨਸ ਵਾਲੇ ਨਾਲ ਟੇਬਲ ਟਾਕ ਤੁਸੀਂ ਕੀ ਕਰਨੀ ਸੀ?
ਤੁਸੀਂ ਤਾਂ ਬੰਦੇ ਮਰਵਾਉਣੇ ਸੀ, ਤੁਸੀਂ ਮੁੜ ਕੇ ਸਕੀਮਾਂ ਲਵਾਉਣੀਆਂ ਸੀ। ਤੁਸੀਂ ਗੱਲ ਅੱਜ ਦੇ ਵਿਸ਼ੇ ਤੇ ਸਾਰਾ ਕਰੋ, ਕਲੀਅਰ ਹੋ ਗਿਆ, ਰਿਪੋਰਟਾਂ ਆ ਗਈਆਂ ਕਿਵੇਂ ਨੀਤੀ ਆਯੋਗ 'ਚ ਬੈਠ ਕੇ ਤੁਸੀਂ ਕਿਸਾਨਾਂ ਦੀ। ਸਰ ਰੁਕੋ ਮੈਨੂੰ ਬੋਲਣ ਦਿਓ, ਮੈਂ ਜਵਾਬ ਦਿਓ ਕੀ ਕੀਤਾ ਪੰਜਾਬ ਲਈ। ਤੁਹਾਡੀ ਸਰ ਮੈਨੂੰ ਵੈਸੇ ਵੀ ਗੱਲ ਨਹੀਂ ਸੁਣ ਰਹੀ, ਮੈਨੂੰ ਗੱਲ ਕਰਨ ਦਿਓ, ਮੈਨੂੰ ਕੀ ਕਰਦੇ ਹੋ ਤੁਸੀਂ। ਚਲੋ ਤੁਹਾਡੀ ਸਰ ਸ਼ਾਕਾ ਨਹੀਂ ਹੈ, ਮੈਨੂੰ ਗੱਲ ਕਰਨ। ਕਿਸਾਨ ਤੁਹਾਡੀ ਸਰਕਾਰ ਦੇ ਕਿਸਾਨ ਲੌਂਗੋਵਾਲ ਕੀ ਹੋਇਆ? ਮੈਨੂੰ ਤੁਹਾਡੀ ਗੱਲ ਨਹੀਂ ਸੁਣ ਰਹੀ। ਤੁਸੀਂ ਕੀ ਹੋਇਆ? ਤੁਸੀਂ ਬੋਲ ਰਹੇ ਹੋ, ਤੁਹਾਡੀ ਗੱਲ ਨਹੀਂ ਸੁਣ ਰਹੀ। ਤੁਸੀਂ ਵਿਸ਼ੇ ਤੇ ਰਹੋ, ਜਵਾਬ ਦਿਓ। ਇੱਕ ਸੈਕਿੰਡ ਗਰੇਵਾਲ ਸਾਹਿਬ ਉਹ ਕਹਿ ਰਹੇ ਨੇ ਕਿ ਤੁਸੀਂ ਵਿਸ਼ੇ ਤੇ ਰਹੋ। ਜੇ ਬੋਲੋ ਤੁਸੀਂ ਉਹ ਕਹਿੰਦੇ ਤੁਸੀਂ ਵਿਸ਼ੇ ਤੇ ਰਹੋ, ਇੱਧਰ ਉੱਧਰ ਦੀ ਗੱਲ ਨਾ ਕਰੋ। ਇਹ ਕਹਿ ਰਹੇ ਨੇ ਦੱਸ ਰਹੇ ਤੁਸੀਂ ਮਾਸਟਰ ਨਹੀਂ ਹੈਗੇ, ਤੁਸੀਂ ਮਾਸਟਰ ਉਂਗਲੀ ਕਿਹਨੂੰ ਦਿਖਾ ਰਹੇ ਹੋ? ਬੈਠੋ ਟਿਕ ਕੇ ਸੁਣੋ। ਹੁਣ ਆ ਗਈ ਜੀ ਅਕਾਲੀ ਦਲ ਦੀ ਗੱਲ। ਤੁਸੀਂ ਬੈਠੋ, ਜਿਹੜੀ ਤੁਸੀਂ ਕਿਸਾਨ ਹਟਾਈਸੀ ਸਰਕਾਰ ਕਹਾਉਂਦੇ ਹੋ, ਤੁਸੀਂ ਕਿਸਾਨ ਹਟਾਈਸੀ ਸਰਕਾਰ ਕਹਾਉਂਦੇ ਹੋ, ਤੁਹਾਡੇ ਰਾਜ ਦੇ ਵਿੱਚ ਕਿਸਾਨਾਂ ਤੇ ਲਾਠੀ ਤੁਹਾਡੇ ਭਰਾਵਾਂ ਨੂੰ ਜਵਾਬ ਦੇ ਰਿਹਾ, ਉਹਨਾਂ ਨੇ ਵੀ ਤੁਹਾਡੇ ਬਰਾਬਰ ਦਾ ਉਹਨੇ ਇਕੱਠੇ ਬੋਲ ਲਿਓ, ਇਕੱਠੇ ਬੋਲ ਲਿਓ। ਕੋਈ ਨਹੀਂ, ਮੈਨੂੰ ਪਤਾ ਪਿੱਛੋਂ ਮੈਸੇਜ ਮਿਲਿਆ ਰੌਲਾ। ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ? ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ? ਬੋਲੇ ਮੈਨੂੰ ਕੁਝ ਨਹੀਂ ਸਮਝ ਆਇਆ। ਕਿਸਾਨਾਂ ਤੇ ਲਾਠੀ ਹੋਇਆ ਕਿ ਨਹੀਂ ਹੋਇਆ? ਬਰਾੜ ਸਾਹਿਬ ਨੂੰ ਸੱਚੀ ਨਹੀਂ ਸਮਝ ਆ ਰਹੀ। ਚਲੋ ਸੋਢੀ ਸਾਹਿਬ ਉਹਨਾਂ ਨੂੰ ਜਵਾਬ ਦੇ ਲੈਣ। ਇੱਕ ਸੈਕਿੰਡ ਆਪਾਂ ਜਵਾਬ ਮੈਂ ਲੈ ਲੈਣਾ ਜਵਾਬ ਉਹਨਾਂ ਤੋਂ ਸਾਰੇ। ਬੋਲੋ ਜੀ ਗਰੇਵਾਲ ਸਾਹਿਬ। ਚਲੋ ਥੈਂਕ ਯੂ। ਅਕਾਲੀ ਦਲ ਸਰ, ਤੁਸੀਂ ਓਰੀਜਨਲ ਸੰਘਰਸ਼ ਤੋਂ ਉੱਠੀ ਪਾਰਟੀ ਹੋ। ਜਿਹੜੇ ਕਾਕਿਆਂ ਦੇ ਹੁਣ ਅੱਜ ਕੱਲ ਫੋਰਚੂਨਰ ਚਲੀ ਗਈ ਨਾ, ਓਰੀਜਨਲ ਸੰਘਰਸ਼ ਤੋਂ ਉੱਠੀ ਪਾਰਟੀ। ਅੱਛਾ ਮੈਂ ਗਰੇਵਾਲ ਸਾਹਿਬ ਇੱਕ ਸੈਕਿੰਡ ਦੇ ਰਿਹਾ। ਬਰਾੜ ਸਾਹਿਬ ਰੁਕੋ। ਗਰੇਵਾਲ ਸਾਹਿਬ ਇੱਕ ਸੈਕਿੰਡ ਮੇਰੀ ਗੱਲ ਤੇ ਸੁਣ ਲਓ। ਇੱਕ ਸੈਕਿੰਡ ਮੈਂ ਇੱਕ ਅਪਡੇਟ ਦੇਣੀ ਚਾਹਣਾ ਹੈ। ਸਾਰੇ ਬੁਲਾਰੇ ਬੈਠੇ ਨੇ। ਸਰਕਾਰ ਨੇ ਫੈਸਲਾ ਲੈ ਲਿਆ, ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਜਿਹੜਾ ਕਿਹਾ ਸੀ ਕਰਨਾ ਹੈ ਉਹ ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਔਰ ਹੁਣ ਅਗਲੇ ਦਿਨਾਂ ਦੇ ਵਿੱਚ ਜੇ ਜੋ ਐਸਮਾ ਦੇ ਮੁਤਾਬਕ ਕਾਨੂੰਨ ਦੀ ਗੱਲ ਕਰੀਏ ਤਾਂ ਕੋਈ ਹੜਤਾਲ ਕੀਤੀ ਹੀ ਨਹੀਂ ਜਾ ਸਕਦੀ। ਸਰਕਾਰ ਨੇ ਇਨ ਰਿਟਨ ਫੈਸਲਾ ਲੈ ਲਿਆ, ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਇਹ ਮੁਲਾਜ਼ਮ ਜਥੇਬੰਦੀਆਂ ਦੀ ਜਾਣਕਾਰੀ ਲਈ ਵੀ ਦੱਸ ਰਹੇ ਹਾਂ ਜੀ। ਬਰਾੜ ਸਾਹਿਬ ਦੇਖੋ, ਹੁਣ ਤੁਸੀਂ ਆਪਦੀ ਗੱਲ ਕਹਿ ਸਕਦੇ ਹੋ ਜੀ। ਮੈਨੂੰ ਸਿਰਫ ਐਸਮਾ ਸੁਣਿਆ, ਮੈਂ ਤੁਹਾਨੂੰ ਝੂਠ ਨਹੀਂ ਬੋਲ ਰਿਹਾ ਜਦੋਂ ਮੈਂ ਕਹਿ ਰਿਹਾ ਐਸਮਾ ਲਾਗੂ ਹੋ ਗਿਆ ਜੀ। ਮੈਂ ਸੁਣ ਗਿਆ ਮੈਨੂੰ ਗੱਲ ਸਮਝ ਆ ਗਈ ਤੁਹਾਡੀ। ਹਾਂ, ਗੱਲ ਇਹ ਹੈ ਸਰ, ਗੱਲ ਇਹ ਹੈ ਕਿ ਪਟਵਾਰੀ ਆਰ ਐਨ ਐਸੈਂਸ਼ੀਅਲ ਸਰਵਿਸ ਕਿਉਂ? ਬਰਾੜ ਸਾਹਿਬ ਤੁਸੀਂ ਘਰ ਦੀਆਂ ਕਿਸ਼ਤਾਂ ਦੇਣੀਆਂ, ਠੀਕ ਹੈ, ਤੁਹਾਨੂੰ ਅਗਲਾ ਕਹਿੰਦਾ ਜੀ ਫਰਜ਼ ਲਿਆਓ, ਠੀਕ। ਮੈਂ ਬੈਂਕ ਆਪਾਂ ਸਾਰੇ ਲੋਨ ਲਏ ਹੋਏ ਨੇ, ਤੁਸੀਂ ਵੀ ਲਏ ਆ, ਮੈਂ ਵੀ ਲਏ ਆ। ਆਪਾਂ ਜਾ ਕੇ ਲੋਨ ਉਤਾਰਨਾ, ਤੁਹਾਨੂੰ ਕੋਈ ਕਹਿ ਦੇਵੇ ਫਰਜ਼ ਲਿਆਓ, ਤੁਹਾਨੂੰ ਫਰਜ਼ ਨਾ ਮਿਲੇ, ਐਸੈਂਸ਼ੀਅਲ ਸਰਵਿਸ ਨਹੀਂ। ਤੁਹਾਨੂੰ ਕੋਈ ਕਹਿ ਦੇਵੇ ਜੀ ਕਿ ਤੁਹਾਡੇ ਬੱਚੇ ਨੇ ਬਾਹਰ ਜਾਣਾ, ਤੁਹਾਡੇ ਬੱਚੇ ਦਾ ਲੋਨ ਪਾਸ ਕਰਨਾ, ਆਹ ਸਾਨੂੰ ਕਾਗਜ਼ ਦੇ ਦਿਓ, ਇਹ ਐਸੈਂਸ਼ੀਅਲ ਸਰਵਿਸ ਨਹੀਂ। ਤੁਹਾਨੂੰ ਕੋਈ ਕਹਿ ਦੇਵੇ ਕਿ ਤੁਹਾਡੇ ਕੋਈ ਆਪਣੇ ਘਰੇ ਕੋਈ ਬਿਮਾਰ ਹੈ ਯਾਰ, ਗਹਿਣੇ ਧਰ ਕੇ ਪੈਸੇ ਲੈਣੇ ਆ, ਇਹ ਐਸੈਂਸ਼ੀਅਲ ਸਰਵਿਸ ਨਹੀਂ, ਇਹ ਐਸੈਂਸ਼ੀਅਲ ਸਰਵਿਸ ਹੈ। ਦੇ ਹੈਵ ਟੂ ਅੰਡਰਸਟੈਂਡ ਵਨ ਥਿੰਗ ਕਿ ਐਸੈਂਸ਼ੀਅਲ ਉਹ ਬਿਲਕੁਲ ਸਰਕਾਰ ਕੋਲ ਪਾਵਰਾਂ ਹੁੰਦੀਆਂ ਨੇ, ਬਿਲਕੁਲ ਹੁੰਦੀਆਂ ਨੇ। ਐਂਡ ਹੁਣ ਥਰਡ ਸਿਆਸੀ ਜਵਾਬ, ਕਾਂਗਰਸ ਵਾਲੇ ਵੀਰ ਕਹਿ ਰਹੇ ਸੀ ਗੋਰਿਆਂ ਦਾ ਸਿਸਟਮ ਰੱਖਿਆ ਭਾਈ ਸਾਹਿਬ 50-60 ਸਾਲ ਤੁਸੀਂ ਰੱਖਿਆ, ਪਹਿਲੀ ਗੱਲ। ਦੂਜੀ ਗੱਲ, ਮੈਂ WhatsApp ਯੂਨੀਵਰਸਿਟੀ ਦੇ ਜਵਾਬ ਨਹੀਂ ਦਿੰਦਾ, ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਹੋ ਉਹਦੇ ਜਵਾਬ ਨਹੀਂ ਦਊਂਗਾ। ਮੈਂ ਜਵਾਬ ਇਹ ਦਊਂਗਾ, ਮੰਤਰੀ ਨੂੰ ਅੰਦਰ ਦਿੱਤਾ ਮਾਨ ਸਾਹਿਬ ਨੇ ਦਿੱਤਾ, MLA ਨੂੰ ਦਿੱਤਾ ਮਾਨ ਸਾਹਿਬ ਨੇ ਦਿੱਤਾ, ਤੁਹਾਡੇ ਵੇਲੇ ਕਲੀਨ ਚਿੱਟਾਂ ਮਿਲਦੀਆਂ ਸੀਗੀਆਂ। ਸੋ ਇਹੀ ਐਗਜ਼ਾਮਪਲ ਦਿੰਦੇ ਹੋਏ ਮੈਂ ਪਟਵਾਰੀ ਫਿਰ ਉਹ ਨਾਲ ਹੀ ਬੈਠੇ ਨੇ, ਬੈਠੇ ਵੀ ਤੁਹਾਡੇ ਨਾਲ ਨੇ। ਇਹ ਕਿਸੇ ਡਰਾਮੇਬਾਜ਼ੀ ਕਿਉਂ ਕਰਦੇ ਹੋ? ਪਹਿਲਾਂ ਉਹਨਾਂ ਨੂੰ ਫੜਦੇ ਹੋ, ਫਿਰ ਨਾਲ ਬਿਠਾਉਂਦੇ ਹੋ। ਜਦੋਂ ਇੱਕ ਬਲੈਂਕਟ ਗੱਲ ਹੋ ਗਈ ਕਿ ਚਲੋ ਤੁਸੀਂ ਸੁਣ ਰਹੇ ਆ, ਲੋਕ ਜਾਣਦੇ ਆ, ਨਾ ਇਦਾਂ ਦੀ ਗੱਲ ਕਰੋ। ਇਹੋ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ। ਗੱਲ ਆਓ ਅਸਲ ਗੱਲ ਤੇ, ਮੈਨੂੰ ਕਾਫਲਾ ਕਿਉਂ ਲੂਟਾ, ਉਸ ਦੇ ਉੱਤੇ ਗੱਲ ਕਰੋ। ਮੈਂ ਜਵਾਬ ਦਿੰਦਾ। ਆ ਜਿਹੜਾ ਸਿਸਟਮ ਹੈ ਨਾ ਸਰ ਕੁਮਰ ਜੀ, ਜਿਹੜਾ ਸਿਸਟਮ ਹੈ ਇਹ ਅੰਗਰੇਜ਼ਾਂ ਤੋਂ ਬਾਅਦ ਇਸ ਸਿਸਟਮ ਨੂੰ ਸੋਲੀਡੀਫਾਈ ਤੁਸੀਂ ਕੀਤਾ ਕਿ ਪਟਵਾਰੀ ਰੱਬ ਹੋਊ, ਕਿ ਜਿਹੜਾ ਮੁਨਸ਼ੀ ਹੋ ਰੱਬ ਹੋਊ, ਆਉਂਗੇ ਜੁੱਤੀ ਝਾੜ ਕੇ ਪਟਵਾਰਖਾਨਿਆਂ ਥਾਣੇ ਵੜੋਗੇ। ਇਹ ਤੁਹਾਡਾ ਸਿਸਟਮ ਬਣਾਇਆ ਹੋਇਆ, ਗੋਰੇ ਚਲੇ ਗਏ, ਕਾਲੇ ਗੋਰੇ ਛੱਡ ਗਏ, ਇਹ ਸਿਸਟਮ ਤੁਹਾਡਾ ਬਣਾਇਆ ਹੋਇਆ। ਤੁਸੀਂ ਇਹਨਾਂ ਦੀ ਮੰਗਾਂ ਮੰਨੋ ਨਾ। 31 ਅਕਤੂਬਰ ਤੱਕ ਐਸਮਾ ਲਾ ਦਿੱਤਾ ਜੀ ਸਰਕਾਰ ਨੇ। 31 ਅਕਤੂਬਰ ਤੱਕ ਲੈਟਰ ਆ ਗਈ ਹੈ, ਕਿੰਨੇ ਸਾਲ ਰਾਜ ਕਰ ਲਿਆ ਤੁਸੀਂ, ਕਿੰਨੀਆਂ ਮੰਗ ਰਹੀਆਂ? ਰਿਟਨ ਲੈਟਰ ਆ ਗਈ ਹੈ। 31 ਅਕਤੂਬਰ ਤੱਕ ਪੰਜਾਬ 'ਚ ਐਸਮਾ ਲਾਗੂ ਹੋ ਗਿਆ। 2 ਮਹੀਨਿਆਂ ਦੇ ਲਈ, ਮਤਲਬ ਅਗਲੇ 2 ਮਹੀਨੇ ਕੋਈ ਮੁਲਾਜ਼ਮ ਸਟ੍ਰਾਈਕ ਨਹੀਂ ਕਰ ਸਕੇਗਾ। ਮੈਂ ਆਪਣੇ ਨਾਲ ਬੈਠੇ ਨੇ ਨੰਗਲ ਸਾਹਿਬ, ਇਹਨਾਂ ਦਾ ਇੱਕ ਪ੍ਰਤੀਕਰਮ ਲੈਣਾ ਚਾਹੂੰਗਾ। ਤਜਿੰਦਰ ਜੀ, ਜਿਸ ਐਸਮਾ ਦੀ ਆਪਾਂ ਗੱਲ ਕਰ ਰਹੇ ਸੀ, 31 ਅਕਤੂਬਰ ਤੱਕ ਐਸਮਾ ਲਾਗੂ ਹੋ ਗਿਆ। ਤਜਿੰਦਰ ਜੀ ਮੇਰੀ ਆਵਾਜ਼ ਮਿਲ ਪਾ ਰਹੀ ਹੈ? ਅਪੀਲ ਕਰਦਾ ਹੈ ਕਿ ਸਾਡੇ ਗਲ ਘੁੱਟ ਦਿਓ ਤੁਸੀਂ ਆਪਣੇ ਹੱਥਾਂ ਨਾਲ।
ਮੈਂ ਬਰਾੜ ਸਾਹਿਬ, ਮੈਂ ਸੀਐਮ ਸਾਹਿਬ ਨੂੰ ਇਹ ਕਹਿਣਾ ਹੈ ਕਿ ਤੁਸੀਂ ਐਸਮਾ ਲਾਗੂ ਕਰ ਦਿੱਤਾ, ਤੁਸੀਂ ਆਪਣੇ ਹੱਥਾਂ ਨਾਲ ਸਾਡੇ ਗਲ ਘੁੱਟ ਦਿਓ, ਜਿੱਥੇ ਫਾਂਸੀ ਲਾਣਾ ਲਾ ਦਿਓ, ਪਰ ਤੁਸੀਂ ਲੋਕਤੰਤਰ ਦਾ ਗਲਾ ਘੁੱਟ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਸੀਐਮ ਸਾਹਿਬ ਨੂੰ ਅਪੀਲ ਕਰਦਾ, ਸੁਨੇਹਾ ਲਾਉਣਾ, ਤੁਸੀਂ ਐਸਮਾ ਛੱਡ ਕੇ ਸਾਨੂੰ ਭਾਵੇਂ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਕਰ ਦਿਓ। ਜੇ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਕਰੋਗੇ ਤੇ ਅਸੀਂ ਹੜਤਾਲ ਕਰਾਂਗੇ। ਜੇ ਸਾਡੇ ਸੰਵਿਧਾਨਕ ਹੱਕ ਖੋ ਕੇ ਸਾਡੇ ਤੋਂ ਕਲਮਾ ਸੀਐਮ ਸਾਹਿਬ ਖੋਣਗੇ ਤਾਂ ਜਿੰਨਾ 5 ਲੱਖ ਮੁਲਾਜ਼ਮ ਹੈ ਸੂਬੇ ਦਾ, ਉਹ ਆਪਣੇ ਬੱਚਿਆਂ, ਬਜ਼ੁਰਗਾਂ, ਪਰਿਵਾਰਾਂ ਸਮੇਤ ਸੜਕਾਂ ਤੇ ਆ ਜਾਏਗਾ। ਸੋ ਸਾਨੂੰ ਐਸਮਾ ਉਸਮਾ ਦੀ ਕੋਈ ਪਰਵਾਹ ਨਹੀਂ ਹੈ। ਸੀਐਮ ਸਾਹਿਬ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜਾ ਮੁਲਾਜ਼ਮਾਂ ਨੂੰ ਬੁਲਾ ਕੇ ਸੁਣ ਲਓ, ਜੇ ਨਹੀਂ ਸੁਣਨਾ ਤੇ ਸਾਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿਓ ਕਿ ਤੁਹਾਡੇ ਸੂਬੇ ਦੇ ਵਿੱਚ ਕੋਈ ਧਰਨਾ ਨਾ ਲੱਗ ਸਕੇ। ਸੋ ਹੜਤਾਲ ਸਾਡੀ ਬਰਕਰਾਰ ਰਹੇਗੀ। ਸਾਡੀਆਂ ਸੁਪਰਡੈਂਟਾਂ ਦੀਆਂ, ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਕਰ ਦਿਓ। ਦੇਖੋ ਸੀਐਮ ਸਾਹਿਬ ਨੇ, ਜਿਹੜੇ ਸੂਬੇ ਦੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ ਜੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਲਈ ਜਿਹੜੇ ਅਸੀਂ ਧਰਨੇ ਲਾਉਂਦੇ ਸੀਗੇ, ਸਾਡੇ ਧਰਨੇ 'ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਤਖਤੀਆਂ ਫੜ ਕੇ ਬੈਠੇ ਸੀਗੇ ਸੂਬੇ ਦੇ ਵਿੱਤ ਮੰਤਰੀ ਸਾਹਿਬ, ਤੇ ਉਦੋਂ ਕਹਿੰਦੇ ਸੀਗੇ ਵੀ ਤੁਸੀਂ ਸਾਨੂੰ ਸੱਤਾ 'ਚ ਲਿਆਓ ਤੇ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਤੁਹਾਡੀ ਪੈਨਸ਼ਨ ਮਨਜ਼ੂਰ ਕਰਾਂਗੇ। ਪਤਾ ਨਹੀਂ ਕਿੰਨੀਆਂ ਕੈਬਨਿਟ ਦੀਆਂ ਮੀਟਿੰਗਾਂ ਹੋ ਗਈਆਂ ਨੇ ਮਾਨ ਸਾਹਿਬ ਦੀ ਸਰਕਾਰ ਦੀਆਂ, ਪਰ ਪੁਰਾਣੀ ਪੈਨਸ਼ਨ ਸਕੀਮ ਦਾ ਅਜੇ ਤੱਕ ਕਿਤੇ ਨਾਮ ਨਹੀਂ। 4 ਸੂਬੇ ਹਿਮਾਚਲ,